स्वामी रामानंद जी अपने समय ਦੇ ਸਭ ਤੋਂ ਪ੍ਰਸਿੱਧ ਵਿਦਵਾਨ ਕਹੇ ਜਾਣ ਵਾਲੇ ਮਹਾਰਿਸ਼ੀ ਸਨ ਜੋ ਦਰਾਵਿੜ ਤੋਂ ਕਾਸ਼ੀ ਨਗਰ ਵਿੱਚ ਵੇਦ ਤੇ ਗੀਤਾ ਦੇ ਗਿਆਨ ਦਾ ਪ੍ਰਚਾਰ ਕਰਨ ਆਏ ਸਨ। ਉਸ ਸਮੇਂ ਕਾਸ਼ੀ ਵਿੱਚ ਬ੍ਰਾਹਮਣ ਸ਼ਾਸਤਰ ਵਿਰੋਧ ਭਗਤੀ ਨਾਲ ਜਨਤਾ ਨੂੰ ਦਿਸ਼ਾ ਭਟਕਾ ਰਹੇ ਸਨ। ਭੂਤ ਪ੍ਰੇਤਾਂ ਤੋਂ ਸਤਾਏ ਲੋਕਾਂ ਨੂੰ ਝਾੜੇ ਜੰਤਰ ਕਰਕੇ ਕਾਸ਼ੀ ਸ਼ਹਿਰ ਦੇ ਬ੍ਰਾਹਮਣ ਆਪਣਾ ਮਤਲਬ ਕੱਢ ਰਹੇ ਸਨ। ਸਵਾਮੀ ਰਾਮਾਨੰਦ ਜੀ ਨੇ ਕਾਸ਼ੀ ਸ਼ਹਿਰ ਵਿੱਚ ਵੇਦ ਗੀਤਾ ਅਤੇ ਪੁਰਾਣਾਂ ਦੇ ਗਿਆਨ ਨੂੰ ਜ਼ਿਆਦਾ ਮਹੱਤਵ ਦਿੱਤਾ ਅਤੇ ਕਾਸ਼ੀ ਨੂੰ ਭੂਤ ਪ੍ਰੇਤ ਉਤਾਰਨ ਵਾਲੇ ਪੂਜਾ ਦਾ ਅੰਤ ਕੀਤਾ। ਉਹਨਾਂ ਨੇ ਆਪਣੇ ਗਿਆਨ ਦੇ ਪ੍ਰਚਾਰ ਲਈ 1400 ਰਿਸ਼ੀ ਬਣਾ ਰੱਖੇ ਸਨ ਅਤੇ ਉਹ 1400 ਰਿਸ਼ੀ ਵਿਸ਼ਨੂੰ ਪੁਰਾਣ, ਸ਼ਿਵ ਪੁਰਾਣ, ਦੇਵੀ ਪੁਰਾਣ ਆਦਿ ਦੀ ਕਥਾ ਕਰਦੇ ਸਨ। ਸਾਰੀ ਜਨਤਾ ਕਹਿੰਦੀ ਸੀ ਕਿ ਵਰਤਮਾਨ ਵਿੱਚ ਸਵਾਮੀ ਰਾਮਾਨੰਦ ਜੀ ਦੇ ਸਮਾਨ ਕੋਈ ਪੂਰਨ ਵਿਦਵਾਨ ਵੇਦ, ਗੀਤਾ ਅਤੇ ਪੁਰਾਣ ਦਾ ਧਰਤੀ ਉੱਤੇ ਨਹੀਂ ਹੈ ਅਤੇ ਉੱਥੇ ਹੀ ਕਬੀਰ ਪਰਮੇਸ਼ਵਰ ਜੀ ਦਾ ਨਿਯਮ ਹੈ, ਗਰੀਬ ਜੋ ਹਮਰੀ शरण है उसका हूँ मैं दास, गेल गेल लाग्या फिरूं जब तक धरती आकाश, गोता मारू स्वर्ग में जा बैठूं पाताल, गरीबदास ढूंढत फिरूं अपने हीरे माणक लाल। ਪਰਮੇਸ਼ਵਰ ਕਬੀਰ ਜੀ ਨੇ ਇਸੇ ਨਿਯਮ ਅਨੁਸਾਰ ਸਵਾਮੀ ਰਾਮਾਨੰਦ ਜੀ ਨੂੰ ਆਪਣੀ ਸ਼ਰਨ ਵਿੱਚ ਲੈਣਾ ਸੀ। ਪਹਿਲਾ ਜਨਮਾਂ ਵਿੱਚ ਸੰਤ ਸੇਵਾ ਦੇ ਪੁੰਨ ਅਨੁਸਾਰ ਕਬੀਰ ਪਰਮੇਸ਼ਵਰ ਜੀ ਨੇ ਉਸ ਪੁੰਨ ਆਤਮਾ ਨੂੰ ਸ਼ਰਨ ਵਿੱਚ ਲੈਣ ਦੇ ਲਈ ਲੀਲਾ ਕੀਤੀ ਸੀ, ਕਿਉਂਕਿ ਸਤਯੁਗ ਵਿੱਚ ਵਿਦਾਦਰ ਬ੍ਰਾਹਮਣ ਅਤੇ ਤ੍ਰੇਤਾ ਵਿੱਚ ਵੇਦਵਿਗ ਰੂਪ ਵਿੱਚ ਜਨਮੇ ਸਵਾਮੀ ਰਾਮਾਨੰਦ ਜੀ ਵਾਲੇ ਜੀਵ ਨੂੰ ਕਬੀਰ ਪਰਮੇਸ਼ਵਰ ਜੀ ਸ਼ਿਸ਼ੂ ਰੂਪ ਵਿੱਚ ਮਿਲੇ ਸਨ। ਜਦੋਂ ਸਵਾਮੀ ਰਾਮਾਨੰਦ ਜੀ ਦੀ ਉਮਰ 104 ਸਾਲ ਦੀ ਸੀ, ਉਸੇ ਸਮੇਂ ਪਰਮੇਸ਼ਵਰ ਕਬੀਰ ਜੀ ਦੇ ਸਰੀਰ ਦੀ ਉਮਰ 5 ਸਾਲ ਸੀ। ਸਵਾਮੀ ਰਾਮਾਨੰਦ ਜੀ ਦਾ ਆਸ਼ਰਮ ਕਾਸ਼ੀ ਵਿੱਚ ਗੰਗਾ ਤੋਂ ਅੱਧਾ ਕਿਲੋਮੀਟਰ ਦੂਰ ਸਥਿਤ ਸੀ। ਸਵਾਮੀ ਰਾਮਾਨੰਦ ਜੀ ਪ੍ਰਤੀ ਦਿਨ ਸੂਰਜ ਉੱਗਣ ਤੋਂ ਪਹਿਲਾਂ ਗੰਗਾ ਨਦੀ ਦੇ ਬਣੇ ਪੰਚਗੰਗਾ ਘਾਟ ਉਤੇ ਜਾਂਦੇ ਸਨ। ਇੱਕ ਦਿਨ 5 ਸਾਲ ਦੇ ਕਬੀਰ ਦੇਵ ਨੇ 2.5 ਸਾਲ ਦੇ ਬੱਚੇ ਦਾ ਰੂਪ ਧਾਰਨ ਕੀਤਾ ਅਤੇ ਪੰਚਗੰਗਾ ਘਾਟ ਦੀਆਂ ਪੌੜੀਆਂ ਉਤੇ ਸੋ ਗਏ। ਸਵਾਮੀ ਰਾਮਾਨੰਦ ਜੀ ਪ੍ਰਤੀ ਦਿਨ ਦੀ ਤਰ੍ਹਾਂ ਇਸ਼ਨਾਨ ਕਰਨ ਗੰਗਾ ਨਦੀ ਦੇ ਘਾਟ ਉਤੇ ਗਏ ਅਤੇ ਹਨੇਰਾ ਹੋਣ ਦੇ ਕਾਰਨ ਸਵਾਮੀ ਰਾਮਾਨੰਦ ਜੀ ਬਾਲਕ ਕਬੀਰ ਦੇਵ ਜੀ ਨੂੰ ਨਹੀਂ ਦੇਖ ਸਕੇ। ਸਵਾਮੀ ਰਾਮਾਨੰਦ ਜੀ ਦੇ ਪੈਰ ਦੀ ਖੜਾਉ ਭਾਵ ਲੱਕੜੀ ਦਾ ਜੂਤਾ ਪੌੜੀਆਂ ਉਤੇ ਸੋ ਰਹੇ ਬਾਲਕ ਰੂਪ ਵਿੱਚ ਪਰਮੇਸ਼ਵਰ ਕਬੀਰ ਜੀ ਦੇ ਸਿਰ ਉਤੇ ਲੱਗੀ। ਬਾਲਕ ਰੂਪ ਵਿੱਚ ਪਰਮੇਸ਼ਵਰ ਕਬੀਰ ਜੀ ਲੀਲਾ ਕਰਦੇ ਹੋਏ ਰੋਣ ਲੱਗੇ ਜਿਵੇਂ ਬੱਚਾ ਰੋਂਦਾ ਹੈ। ਰਾਮਾਨੰਦ ਜੀ ਨੂੰ ਗਿਆਨ ਹੋਇਆ ਕਿ ਉਹਨਾਂ ਦਾ ਪੈਰ ਕਿਸੇ ਬੱਚੇ ਨੂੰ ਲੱਗ ਗਿਆ ਹੈ, ਜਿਸ ਕਾਰਨ ਤੋਂ ਬੱਚਾ ਦਰਦ ਤੋਂ ਰੋਣ ਲੱਗਿਆ। ਸਵਾਮੀ ਰਾਮਾਨੰਦ ਜੀ ਨੇ ਬਾਲਕ ਨੂੰ ਉਠਾਉਣ ਅਤੇ ਚੁੱਪ ਕਰਾਉਣ ਲਈ ਜਲਦੀ ਨਾਲ ਝੁਕੇ ਅਤੇ ਉਹਨਾਂ ਦੇ ਗਲੇ ਦੀ ਤੁਲਸੀ ਦੇ ਇੱਕ ਮਣਕੇ ਦੀ ਮਾਲਾ ਬਾਲਕ ਕਬੀਰ ਦੇਵ ਜੀ ਦੇ ਗਲ ਵਿੱਚ ਪੈ ਗਈ, ਜਿਸ ਨੂੰ ਹਨੇਰੇ ਦੇ ਕਾਰਨ ਸਵਾਮੀ ਰਾਮਾਨੰਦ ਜੀ ਨਹੀਂ ਦੇਖ ਸਕੇ ਅਤੇ ਸਵਾਮੀ ਰਾਮਾਨੰਦ ਜੀ ਨੇ ਬੱਚੇ ਨੂੰ ਪਿਆਰ ਨਾਲ ਕਿਹਾ, ਬੇਟਾ ਰਾਮ ਰਾਮ ਬੋਲ, ਰਾਮ ਨਾਮ ਤੋਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਅਜਿਹਾ ਕਹਿ ਕੇ ਸਵਾਮੀ ਰਾਮਾਨੰਦ ਜੀ ਨੇ ਬੱਚੇ ਦੇ ਸਿਰ ਨੂੰ ਸਹਿਲਾਇਆ ਅਤੇ ਆਸ਼ੀਰਵਾਦ ਦਿੰਦੇ ਹੋਏ ਸਿਰ ਉੱਤੇ ਹੱਥ ਰੱਖਿਆ। ਬਾਲਕ ਰੂਪ ਵਿੱਚ ਕਬੀਰ ਪਰਮੇਸ਼ਵਰ ਆਪਣਾ ਉਦੇਸ਼ ਪੂਰਾ ਹੋਣ ਤੋਂ ਪੌੜੀਆਂ ਉੱਤੇ ਬੈਠ ਗਏ। ਸਵਾਮੀ ਰਾਮਾਨੰਦ ਜੀ ਨੇ ਵਿਚਾਰ ਕੀਤਾ ਕਿ ਇਹ ਬੱਚਾ ਰਾਤ ਦੇ ਸਮੇਂ ਰਸਤਾ ਭੁੱਲ ਜਾਣ ਦੇ ਕਾਰਨ ਇੱਥੇ ਆ ਕੇ ਸੋ ਗਿਆ ਹੈ ਅਤੇ ਇਸ ਨੂੰ ਆਪਣੇ ਆਸ਼ਰਮ ਵਿੱਚ ਲੈ ਜਾਵਾਂਗਾ ਅਤੇ ਉੱਥੇ ਇਸ ਨੂੰ ਇਸ ਦੇ ਘਰ ਪਹੁੰਚਾ ਦੇਵਾਂਗਾ। ਅਜਿਹਾ ਵਿਚਾਰ ਕਰਕੇ ਸਵਾਮੀ ਜੀ ਇਸ਼ਨਾਨ ਕਰਨ ਲੱਗੇ। ਪਰਮੇਸ਼ਵਰ ਕਬੀਰ ਜੀ ਨੇ ਇੱਕ ਸ਼ਬਦ ਗਾਇਆ, गुरु रामानंद जी समझ पकड़ियो मोरी बाही, जो बालक रुंझुनिया खेलत सो बालक हम नाही, हम तो लेना सत का सौदा, हम ना पाखंड पूजा चाही, बाह पकड़ो तो दृढ़ का पकड़ो, बोहर छूट ना जाई, जो माता से जन्मा वह नहीं इष्ट हमारा, राम कृष्ण मरे विष्णु साथ है जामन हारा, तीन गुण है तीनों देवता, निरंजन चौथा कहिए, अविनाशी प्रभु इस सबसे न्यारा, मोको वह चाहिए, पांच तत्व की दे ना मेरी, ना कोई माता जाया, जीव उदाहरण तुमको तारण, सीधा जग में आया, राम राम और ओम नाम यह सब काल कमाई, सत नाम दो मोरे सतगुरु तब काल जाल छुटाई, सत नाम बिन जन्मे मरे परम शांति नाही, सनातन धाम मिले ना कबहू भावे कोट समाधि लाई, सार शब्द सर जीवन कहिए, सब मंत्र का सरदारा, कह कबीर सुनो गुरु जी या विधि उतरे पारा। ਪਵਿੱਤਰ ਕਬੀਰ ਸਾਗਰ ਅਧਿਆਏ ਅਗਮ ਨਿਗਮ ਬੋਧ ਪੰਨਾ 34 ਵਿੱਚ ਸਵਾਮੀ ਰਾਮਾਨੰਦ ਜੀ ਇਸ਼ਨਾਨ ਕਰਨ ਘਾਟ ਉਤੇ ਚਲੇ ਗਏ ਅਤੇ ਬਾਲਕ ਰੂਪ ਬਣਾਏ ਕਬੀਰ ਪਰਮੇਸ਼ਵਰ ਜੀ ਅੰਤਰ ਧਿਆਨ ਹੋ ਗਏ ਅਤੇ ਆਪਣੀ ਝੋਂਪੜੀ ਵਿੱਚ ਆ ਕੇ ਸੋ ਗਏ। ਇਸ ਤਰ੍ਹਾਂ ਕਬੀਰ ਪਰਮੇਸ਼ਵਰ ਜੀ ਨੇ ਸਵਾਮੀ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ। ਇਸ ਦੇ ਕੁਝ ਸਮੇਂ ਬਾਅਦ ਸਵਾਮੀ ਰਾਮਾਨੰਦ ਜੀ ਦਾ ਉਧਾਰ ਕਰਨ ਦੇ ਉਦੇਸ਼ ਨਾਲ ਪਰਮੇਸ਼ਵਰ ਕਬੀਰ ਜੀ ਨੇ ਹੋਰ ਲੀਲਾਵਾਂ ਕੀਤੀਆਂ ਅਤੇ ਸਵਾਮੀ ਰਾਮਾਨੰਦ ਜੀ ਨੂੰ ਸਤ ਗਿਆਨ ਤੋਂ ਜਾਣੂ ਕਰਵਾਇਆ ਅਤੇ ਸਤਲੋਕ ਵਿੱਚ ਆਪਣੀ ਸਮਰਥਤਾ ਦਿਖਾਈ।
ਆਈ। ਉਦੋਂ ਸਵਾਮੀ ਰਾਮਾਨੰਦ ਜੀ ਨੇ ਕਬੀਰ ਜੀ ਦੇ ਬਾਰੇ ਜੋ ਕਿਹਾ ਉਸ ਨੂੰ ਸੰਤ ਗਰੀਬਦਾਸ ਜੀ ਮਹਾਰਾਜ ਜੀ ਨੇ ਕੁਝ ਇਸ ਪ੍ਰਕਾਰ ਤੋਂ ਚਿਤਰਿਤ ਕੀਤਾ ਹੈ। ਤਹਾਂ ਵਹਾਂ ਚਿਤ ਚਕਰਿਤ ਭਇਆ, ਦੇਖੀ ਫਜ਼ਲ ਦਰਬਾਰ, ਗਰੀਬਦਾਸ सिजदा किया, हम पाए दीदार। बोलत रामानंद जी, सुनो कबीर करतार, गरीबदास सब रूप में तुम ही बोलनहार। दो ठोर है एक तू, भया एक से दो, गरीबदास हम कारणे उतरे हो मगजो। तुम साहिब तुम संत हो, तुम सतगुरु तुम हंस, गरीबदास तुम रूप बिन और न दूजा अंश। तुम स्वामी मैं बाल बुद्धि, परम करम किए नाश, गरीबदास निज ब्रह्म तुम, हमरे हो गया दृढ़ विश्वास। सुन बे सुन से तुम परे, उरे से हमरे तीर, गरीबदास सरभंग में अविगत पुरुष कबीर। कोटि कोटि सिजदा किए, कोटि कोटि प्रणाम, गरीबदास अनहद अदर, हम पर से तुम धाम। बोले रामानंद जी, सुनो कबीर सुभान, गरीबदास मुक्ता पए, उदरे पिंड और प्राण।